ਰੋਜ਼ਾਨਾ ਦੀ ਤਰ੍ਹਾਂ ਕੀਰਤਨ ਵਿੱਚ ਸਿਮਰਨ ਵਿੱਚ ਜੁੜਨਾ ਔਰ ਆਪਣੇ ਮਿਲੇ ਹੋਏ ਸਵਾਸਾਂ ਨੂੰ ਸਫਲ ਕਰਨਾ, ਇਹ ਇਸ ਗੱਲ ਨੂੰ ਸਮਰਪਿਤ ਹੈ। ਸਾਰੇ ਜੁੜੋ, ਕੋਈ ਰਸਨਾਬਾਜ਼ੀ ਨਾ ਰਹੇ। ਵਾਹਿਗੁਰੂ ਸਾਧੂ ਕੀ ਮਨ ਓਟ ਗਹੋ, ਉਕਤ ਸਿਆਨ ਪੁੱਤਿਆ, ਗੁਰ ਦੇਖਿਆ ਜਿਹ ਮਨ ਬਸਤ, ਮਨ ਨਾਨਕ ਮਸਤਕ ਪਾਰ, ਏ ਨਿਵਾੜਿਓ ਕੇ ਨੇਤਾੜਿਓ ਕੇ ਨਿਓਟਿਓ ਕੀ ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ ਗਰੀਬ ਨਿਵਾਜ, ਗਰੀਬ ਨਿਵਾਜ। ਏ ਤ੍ਰੈ ਭੈਣੇ ਵੇਸ ਕਰ, ਤਾਂ ਵਸਿਆ ਵੀ ਕੰਤ, ਏ ਤ੍ਰੈ ਭੈਣੇ ਵੇਸ ਕਰ, ਤਾ ਵਸਿਆ ਵੀ ਕੰਤ, ਏ ਤ੍ਰੈ ਭੈਣੇ ਵੇਸ ਕਰ, ਤਾ ਵਸਿਆ ਵੀ ਕੰਤ, ਵੇਸ ਕਰ, ਤਾ ਵਸਿਆ ਵੀ ਕੰਤ। ਬਾਬਾ ਫਰੀਦ ਕਹਿੰਦੇ, ਇੱਕ ਜਗਿਆਸੂ ਜੀ ਵਿਸਰੇ, ਪ੍ਰਵਾਨ ਹੋ ਚੁੱਕੀ, ਉਹਦੇ ਦਰ ਤੇ ਪ੍ਰਵਾਨ ਹੋ ਚੁੱਕੀ, ਜੀਵ ਇਸਤਰੀ ਨੂੰ ਪੁੱਛਦੀ ਏ, ਭੈਣ ਤੂੰ ਮਿਲਾਪ ਵਾਸਤੇ ਕੀ ਕੀਤਾ, ਮੈਨੂੰ ਵੀ ਦੱਸ, ਮੈਂ ਵੀ ਉਹ ਕਰਾਂ। ਉਹਨਾਂ ਨੇ ਜਵਾਬ ਦਿੱਤਾ, ਜਿਹੜੀ ਪ੍ਰਵਾਨ ਹੋ ਚੁੱਕੀ ਸੀ, ਕਹਿੰਦੇ ਕਿ ਭੈਣ ਜੇ ਉਸ ਨਾਲ ਮਿਲਣਾ ਹੀ ਤਾਂ ਮੈਂ ਉਸ ਨਾਲ ਮਿਲ ਚੁੱਕੀ ਹਾਂ, ਮੈਂ ਤੈਨੂੰ ਉਹਦੇ ਦਰ ਪ੍ਰਵਾਨ ਹੋਣ ਦਾ ਢੰਗ ਦੱਸਦੀ ਹਾਂ। ਆ 3 ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ, ਤੇਰਾ ਮਿਲਾਪ ਹੋ ਜਾਏਗਾ। ਕੀ ਕਹਿੰਦੇ ਨੇ ਪਿਆਰ ਸਾਥੀ, ਏ ਤ੍ਰੈ ਭੈਣੇ ਵੇਸ ਕਰ, ਤਾਂ ਵਸਿਆ ਵੀ ਕੰਤ,
ਕਵਣ ਸੋ ਅੱਖਰ ਕਵਣ ਗੁਣ ਕਵਣ ਸੁਮਣਿਆ ਮੰਤਰ ਕਵਣ ਸੋ ਅੱਖਰ ਕਵਣ ਗੁਣ ਕਵਣ ਸੁਮਣਿਆ ਕਵਣ ਸੁਵੇਸੋ ਹਾਂ ਕਰੀ ਜਿਤ ਵਸ ਆਵੇ ਕੰਤ ਕਵਣ ਸੁਵੇਸੋ ਹਉ ਕਰੀ ਜਿਤ ਵਸ ਆਵੇ ਕੰਤ ਕਵਣ ਸੁਵੇਸੋ ਹਾਂ ਹਉ ਕਰੀ ਜਿਤ ਵਸ ਆਵੇ ਕੰਤ ਕਵਣ ਸੁਵੇਸੋ ਹਉ ਕਰੀ ਜਿਤ ਵਸ ਆਵੇ ਕੰਤ ਜਿਤ ਵਸ ਆਵੇ ਕੰਤ ਜਿਤ ਵਸ ਆਵੇ ਕੰਤ ਏਤ੍ਰ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ ਏਤ੍ਰ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ ਨਿਮਨ ਸੁ ਅੱਖਰ ਖਾਵਣ ਗੁਣ ਜਿਹ ਬਾਮਣੀਆਂ ਮੰਤ ਲਿਮਨ ਸੋਖਰ ਕਵਨ ਗੁਣ ਜਿਹਵਾ ਮਣੀਆਂ ਮੰਤ ਨਿਮਨ ਸੁ ਅੱਖਰ ਖਾਵਣ ਗੁਣ ਜਿਹ ਬਾਮਣੀਆਂ ਮੰਤ ਲਿਮਨ ਸੋਖਰ ਕਵਨ ਗੁਣ ਜਿਹਵਾ ਮਣੀਆਂ ਮੰਤ ਏਤ੍ਰ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ ਏਤ ਪੈਨੇ ਵੇਸ ਕਰ ਤਾਮਸ ਆਵੇ ਕੰਤ ਏਤ੍ਰ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ ਏਤ ਪੈਨੇ ਵੇਸ ਕਰ ਤਾਮਸ ਆਵੇ ਕੰਤ ਤਾਂ ਵਸ ਆਵੇ ਕੰਤ ਤਾਂ ਵਸ ਆਵੇ ਕੰਤ ਏਤ੍ਰ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ ਏਤ੍ਰ ਭੈਣੇ ਵੇਸ ਕਰ ਤਾਂ ਵਸ ਆਵੇ ਤਿੰਨ ਗੁਣ ਦੱਸੇ ਕਹਿੰਦੇ ਕਿਹੜਾ ਵੇਸ਼ ਧਾਰਨ ਕਰਾਂ ਮੈਂ ਕਿਹੜਾ ਅੱਖਰ ਬੋਲਾਂ ਮੈਂ ਕਿਹੜਾ ਜੇਬਾ ਤੋਂ ਮੰਤਰ ਦਾ ਜਪ ਕਰਾਂ ਮੈਂ ਕਿਹੋ ਜਿਹਾ ਵੇਸ਼ ਲਿਬਾਸ ਆਪਣੇ ਤਨ ਤੇ ਪਹਿਨਾ ਜਿਸ ਨਾਲ ਕੰਤ ਪਰਮਾਤਮਾ ਵਾਹਿਗੁਰੂ ਮੇਰੇ ਵਾਸਤੇ ਚ ਆ ਜਾਏ।
ਪ੍ਰਵਾਨ ਹੋਈ ਨਹੀਂ ਗੱਲ ਕਹਿ ਦਿੱਤੀ ਭੈਣ। ਪਹਿਲਾ ਅੱਖਰ, ਤਿੰਨ ਗੱਲਾਂ ਨੇ ਚੌਥੀ ਹੈ ਨਹੀਂ। ਜੇ ਆ ਤਿੰਨਾਂ ਨੂੰ ਜੀਵਨ ਵਿੱਚ ਅਪਣਾ ਲਿਆ ਤੇਰੀ ਚੜ੍ਹਦੀ ਕਲਾ ਹੋ ਜਾਏਗੀ। ਪਹਿਲਾ, ਨਿਮਨ ਸੋ ਅੱਖਰ, ਨਿਮਰਤਾ ਵਾਲਾ ਤੇਰੇ ਕੋਲ ਪਹਿਲਾ ਅੱਖਰ ਹੋ। ਜੇ ਨਿਰਮਾਣਤਾ ਨਹੀਂ, ਨਿਮਰਤਾ ਨਹੀਂ, ਰੱਬ ਦੀ ਰਹਿਮਤ ਟਿੱਬਿਆਂ ਤੇ ਨਹੀਂ ਟਿਕਦੀ, ਡੂੰਘੇ ਥਾਂ ਤੇ ਟਿਕਦੀ। ਜੇ ਨਿਮਰਤਾ ਨਹੀਂ ਕੁਝ ਨਹੀਂ ਲੈ ਸਕੇ। ਦੂਸਰਾ, ਅਗਲਾ ਖਮਣ ਗੁਣ, ਭੈਣ ਸਹਾਰਨ ਦਾ ਗੁਣ ਹੋਵੇ। ਜਿਹੜੀ ਤੇਰੇ ਵਿੱਚ ਬਿਰਤੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੀ, ਇਸ ਤਰ੍ਹਾਂ ਮਾਲਕ ਨੇ ਮਿਲੇ। ਜਿੰਨਾ ਸਹਾਰੇਗਾ ਉਨੀ ਮਿਹਰ ਹੋਏ, ਕਿਉਂਕਿ ਤੈਨੂੰ ਸਹਾਰਦਿਆਂ ਨੂੰ ਕੋਈ ਵੇਖ ਰਿਹਾ। ਜਿਸ ਨਾਲ ਤੂੰ ਮਿਲਣਾ ਚਾਹੁੰਦਾ ਹੈ ਉਹ ਤੈਨੂੰ ਆਪਣੇ ਵਰਗਾ ਬਣਾ ਕੇ ਤੈਨੂੰ ਮਿਲਾਣਾ ਚਾਹੁੰਦਾ ਹੈ। ਉਹ ਬੜਾ ਕੁਝ ਸਹਾਰਦਾ ਹੈ। ਉਹ ਚਾਹੁੰਦਾ ਕਿ ਮੈਨੂੰ ਮਿਲਣ ਵਾਲੇ ਦਾ ਹਿਰਦਾ ਵੀ ਵਿਸ਼ਾਲ ਹੋ, ਉਹ ਵੀ ਬੜਾ ਕੁਝ ਸਹਾਰਨ ਵਾਲਾ ਹੋ। ਤੀਸਰਾ ਗੁਣ, ਕਹਿ ਲਗੇ ਜ਼ੁਬਾਨ ਤੋਂ ਰੱਬ ਦੇ ਨਾਮ ਦਾ ਮੰਤਰ ਜਪ। ਜ਼ਬਾਨ ਤੋਂ ਪਰਮੇਸ਼ਵਰ ਦਾ ਨਾਮ ਜਪਣਾ, ਇਹ ਤਿੰਨ ਗੱਲਾਂ ਭੈਣ ਜੇ ਤੂੰ ਜੀਵਨ ਵਿੱਚ ਅਪਣਾ ਲਈਆਂ ਚੜ੍ਹਦੀ ਕਲਾ ਹੋ ਜਾਏਗੀ। ਸਾਰੇ ਇੱਕ ਵਾਰ ਜਪ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੇ ਕੰਤ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੇ ਕੰਤ। ਤੇ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ। ਇਹ ਤੇ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ। ਬੰਦਾ ਦਵਾਈ ਖਾਏ ਪਰਹੇਜ਼ ਨਾ ਕਰੇ, ਪੂਰਾ ਲਾਭ ਨਹੀਂ ਮਿਲਦਾ। ਜੇ ਬਾ ਤੂੰ ਮੰਤਰ ਤੇ ਜਪ ਰਹੇ ਆ, ਸਿਮਰਨ ਕਰ ਲੈਣਾ, ਸ੍ਰੇਸ਼ਟ ਕਰਮ। ਪਰ ਪਰਹੇਜ਼ ਦੋ ਦੱਸੇ ਨੇ। ਇੱਕ ਤਾਂ ਇਹ ਹਉਮੈ ਨਹੀਂ ਕਰਨੀ, ਤੇ ਦੂਜਾ ਕਾਲਾ ਨਹੀਂ ਪੈਣਾ, ਮਨ ਦਾ ਕਠੋਰ ਨਹੀਂ ਹੋਣਾ। ਤੂੰ ਸਹਾਰ ਰਹਿ। ਕੋਈ ਮੰਦਾ ਚੰਗਾ ਤੈਨੂੰ ਬੋਲੇ, ਤੂੰ ਸਹਾਰ ਲੈ। ਇੱਕ ਮੈਂ ਹੋਰ ਬੇਨਤੀ ਕਰਦੇ ਆ, ਜਿਨ੍ਹਾਂ ਵਿੱਚ ਸਹਾਰਨ ਦੀ ਸ਼ਕਤੀ ਹੁੰਦੀ ਹੈ, ਜਿਹੜੇ ਸਹਾਰ ਲੈਂਦੇ ਨੇ, ਰੱਬ ਉਹਨਾਂ ਦੇ ਵੱਲ ਹੋ ਜਾਂਦਾ। ਜਿਹੜੇ ਕਹਿੰਦੇ ਨੇ ਇਹਨੂੰ ਮੈਂ ਹੁਣੇ ਦੱਸਦਾ, ਉਹਨਾਂ ਦੀਆਂ ਬਾਹਾਂ ਵਿੱਚੋਂ ਰੱਬ ਆਪਣੀਆਂ ਬਾਹਾਂ ਪਿੱਛੇ ਕਰ ਲੈਂਦਾ ਹੈ। ਕਹਿੰਦਾ ਹੁਣ ਤੂੰ ਆਪਣਾ ਜ਼ੋਰ ਲਾ ਕੇ ਵੇਖ। ਇਹਨੂੰ ਇੱਕ ਦਿਨ ਇਉਂ ਸਮਝ, ਸਹਾਰਨ ਨੂੰ ਇਉਂ ਸਮਝ। ਇੱਕ ਦਿਨ ਸ਼੍ਰੀ ਕ੍ਰਿਸ਼ਨ ਜੀ ਪ੍ਰਸ਼ਾਦਾ ਛਕਦੇ, ਪ੍ਰਸ਼ਾਦਾ ਛਕਦੇ ਨੇ। ਰੁਕਮਣੀ ਪ੍ਰਸ਼ਾਦਾ ਛਕਾ ਰਹੀ, ਸਮਝਣ ਵਾਸਤੇ ਬੜੇ ਪਿਆਰ ਨਾਲ ਛਕ ਰਹੇ ਸਨ। ਤੇ ਇੱਕੋ ਦਮ ਛਕਦਿਆਂ ਉੱਠੇ, ਬੜੀ ਜਲਦੀ ਨਾਲ ਦਰਵਾਜ਼ੇ ਤੱਕ ਪਹੁੰਚੇ। ਲੇਕਿਨ ਫਿਰ ਦਰਵਾਜ਼ੇ ਤੋਂ ਉਹਨੀ ਪੈਰੀ ਵਾਪਸ ਆ ਗਏ। ਰੁਕਮਣੀ ਨੇ ਗੱਲ ਕਹੀ, ਆਖਣ ਲੱਗੀ, ਮੈਨੂੰ ਇੱਕ ਅੱਜ ਤੁਹਾਡੇ ਤੇ ਇਸ ਗੱਲ ਦਾ ਸ਼ੱਕ ਹੋਇਆ।
तुसां प्रशादा छकदियां ਇੱਕੋ ਦਮ ਜਲਦੀ ਨਾਲ ਉੱਠ ਕੇ ਬਾਹਰ ਨੂੰ ਗਏ। ਇਹ ਤੇ ਅੰਨ ਦਾ ਤੁਸਾਂ ਨੇ ਨਿਰਾਦਰ ਕੀਤਾ। ਫਿਰ ਉੱਥੋਂ ਆ ਕੇ ਵਾਪਸ ਫਿਰ ਛਕਣ ਲੱਗ ਪਏ ਹੋ। ਇਹਦਾ ਕੀ ਭੇਦ ਹੈ ਮੈਨੂੰ ਦੱਸੋ। ਤੇ ਸ੍ਰੀ ਕ੍ਰਿਸ਼ਨ ਜੀ ਨੇ ਜਿਹੜੀ ਗੱਲ ਕਹੀ ਜ਼ਰਾ ਧਿਆਨ ਨਾਲ ਸੁਣੋ, ਕਿਉਂਕਿ ਆਪਾਂ ਗੁਰੂ ਨੇ ਸਿੱਖ ਨੂੰ ਗੁਣਾਂ ਦਾ ਗ੍ਰਾਹੀ ਬਣਾਇਆ। ਉਹ ਕਹਿਣ ਲੱਗੇ ਰੁਕਮਣੀ ਅਸਲ ਵਿੱਚ ਨਾਰਾਜ਼ ਨਾ ਹੋ। ਕਹਾਣੀ ਇਹ ਹੈ, ਮੈਂ ਤੇ ਪ੍ਰਸ਼ਾਦੇ ਛਕ ਰਿਹਾ ਸੀ, ਪਰ ਮੈਂ ਜਦੋਂ ਦੌੜਦਾ ਦਰਵਾਜ਼ੇ ਵੱਲ ਗਿਆ ਪ੍ਰਸ਼ਾਦਾ ਵਿੱਚ ਛੱਡ ਕੇ, ਤਾਂ ਮੈਂ ਦੇਖ ਰਿਹਾ ਮੈਨੂੰ ਆਵਾਜ਼ ਹੋਇਆ ਕਿ ਮੇਰਾ ਭਗਤ ਇੱਕ ਤੁਰਿਆ ਜਾ ਰਿਹਾ ਹੈ ਤੇ ਉਹਨੂੰ ਲੋਕ ਵੱਟੇ ਮਾਰ ਰਹੇ, ਮਾੜਾ ਚੰਗਾ ਕਹਿ ਰਹੇ। ਉਹ ਵਿਚਾਰਾ ਆਪਣੇ ਧਿਆਨ ਨਾਲ ਤੁਰਿਆ ਆ ਰਿਹਾ। ਮੈਂ ਸੋਚਿਆ ਮੈਂ ਉਹਦੀ ਜਾ ਕੇ ਮਦਦ ਕਰਾਂ। ਕਹਿੰਦੇ ਫਿਰ ਵਾਪਸ ਆ ਗਏ। ਕਹਿੰਦੇ ਕਿ ਵਾਪਸ ਤਾਂ ਆਇਆ, ਹੁਣ ਉਹਨੇ ਜਵਾਬ ਦੇਣ ਲਈ ਆਪ ਵੀ ਇੱਟਾ ਅੱਗੋਂ ਪਕੜ ਲਿਆ। ਉਹਨੇ ਵੀ ਵੱਟਾ ਪਕੜ ਲਿਆ ਵੀ ਆਓ ਮੇਰੇ ਵੱਲ। ਫਿਰ ਮੈਂ ਸੋਚਿਆ ਹੁਣ ਮੇਰੀ ਤੇ ਇਹਨੂੰ ਲੋੜ ਹੈ। ਖਿਆਲ ਕਰੋ, ਕੱਲ ਮੈਂ ਇੱਥੇ ਸਮਾਪਤ ਕਰਾਂਗਾ। ਰੱਬ ਤੇ ਗੁਰੂ ਜਦੋਂ ਕੋਈ ਸਹਾਰਦਾ ਹੈ ਨਾ, ਉਹਦੀ ਮਦਦ ਤੇ ਹੁੰਦਾ, ਉਹਦੀ ਮਦਦ ਤੇ ਹੁੰਦਾ। ਕਹਿੰਦੇ ਕਿ ਕੋਈ ਨਹੀਂ, ਵਿਅਕਤੀਗਤ ਤੈਨੂੰ ਹੁਣ ਵੇਖਣ ਵਾਸਤੇ ਲੱਗਦਾ ਹੈ, ਹੁਣ ਵੇਖਣ ਵਾਸਤੇ ਤੈਨੂੰ ਲੱਗ ਰਿਹਾ ਹੈ ਬਈ ਸ਼ਾਇਦ ਤੈਨੂੰ ਦੁੱਖ ਹੁੰਦਾ ਹੈ, ਪਰ ਨਹੀਂ, ਮੈਂ ਤੇਰੇ ਵੱਲ। ਇਸ ਕਰਕੇ ਸਹਾਰਨ ਦਾ ਗੁਣ। ਪਿੱਛੇ ਬੇਨਤੀ ਕੀਤੀ ਸੀ, ਬਾਬਾ ਨੰਦ ਸਿੰਘ ਮਹਾਂਪੁਰਖ ਕਿਆ ਕਰਦੇ ਸਨ, ਸਹਾਰਨਾ ਤਪਾ ਸਿਰ ਤਪ ਹੈ। ਜਿਨ੍ਹਾਂ ਮਹਾਂਪੁਰਸ਼ਾਂ ਯਾਦ ਵਿੱਚ ਬੈਠਿਆ ਬਾਬਾ ਜੀ ਨੇ ਜਦੋਂ ਬੇਨਤੀ ਕਰਨੀ ਤੇ ਸਹਾਰਨਾ ਕੇਵਲ ਬੋਲ ਕਬੋਲ ਨਹੀਂ, ਇਹ ਗੱਲ ਚੇਤੇ ਰੱਖਿਓ। ਹੋਰ ਅਸੀਂ ਬੋਲ ਕਬੋਲ ਦੀ ਕਿਲ ਸਹਾਰਨ ਦੀ ਗੱਲ ਕਰਦੇ ਹਾਂ। ਬਾਬਾ ਜੀ ਕਹਿੰਦੇ ਨੇ ਆ ਜਿਹੜਾ ਦੁੱਖ ਸੁੱਖ ਵੀ ਆਏ ਇਹਨੂੰ ਵੀ ਸਹਾਰ ਜਾਈ, ਮਾਲਕ ਤੇਰੇ ਤੇ ਕਿਰਪਾ ਕਰੇ। ਅਸੀਂ ਨੇ ਕਈ ਵਾਰੀ ਚਲੋ ਮਹਾਂਪੁਰਖਾਂ ਦੀ ਕਿਰਪਾ ਕਰ ਦੇਣੀ, ਤੇ ਕਈ ਵਾਰੀ ਫਿਰ ਬੰਦਾ ਸੋਚਦਾ ਵੀ ਚਲੋ ਜੇ ਹੁਣ ਸਿਰ ਪੀੜ ਹੁੰਦੀ ਹੈ ਤੇ ਇਹਦੀ ਵੀ ਗੋਲੀ ਨਾ ਹੀ ਖਾਈਏ, ਜਾਂ ਕੋਈ ਹੋਰ ਦੁੱਖ ਹੈ ਤੇ ਇਹ ਵੀ ਕਹੀਏ। ਬਾਬਾ ਜੀ ਨੇ ਕਹਿਣਾ ਉਹ ਕਦੀ ਸਹਾਰ ਵੀ ਲਿਆ ਕਰ, ਕਦੀ ਸਹਾਰ ਵੀ ਲਿਆ ਕਰ, ਸਹਿ ਵੀ ਲਿਆ ਕਰ। ਸ਼ਬਦ ਵਰਤੇ ਸਾਹਿਬ, ਸਹਿ ਵੀ ਲਿਆ ਕਰ, ਕਿਉਂਕਿ ਸਹਿਣਾ ਵੀ ਤੇ ਉਹਦੀ ਮਿਹਰ ਤੋਂ ਬਿਨਾਂ ਨਹੀਂ। ਸਿਮਰਨ ਦਾ ਅਭਿਆਸੀ ਹੋਵੇ, ਸਹਿਨਸ਼ੀਲ ਹੋਵੇ, ਨਿਮਰਤਾ ਨਾਲ ਭਰਿਆ ਹੋਵੇ, ਫਿਰ ਰੱਬ ਨਾ ਆਵੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਜੇ ਰੱਬ ਨਹੀਂ ਆਇਆ ਤੇ ਇਹਦਾ ਮਤਲਬ ਤਿੰਨਾਂ ਵਿੱਚੋਂ ਕਿਧਰੇ ਨਾ ਕਿਧਰੇ ਤੇ ਕੋਈ ਗੜਬੜ ਜ਼ਰੂਰ ਹੈ। ਬਾਬਾ ਫਰੀਦ ਨਹੀਂ ਤੇ ਇਉਂ ਨਾ ਕਹਿੰਦਾ, ਕਿਉਂਕਿ ਉੱਥੇ ਦਰਵੇਸ਼ ਸਿੱਧੀ ਭਾਸ਼ਾ ਵਿੱਚ ਠੇਠ ਪੰਜਾਬੀ ਵਿੱਚ ਗੱਲ ਸਾਨੂੰ ਸਮਝਾਉਂਦੇ ਨੇ। ਉੱਥੇ ਰੱਬ ਨਾਲ ਓਤ-ਪੋਤ ਨੇ। ਉਹ ਕਦੀ ਗੱਲ ਗੁਰੂ ਕੇ ਸਵਾਰੋ ਬਨਾਵਟੀ ਨਹੀਂ ਕਹਿੰਦੇ, ਸਾਡਾ ਦਿਲ ਰੱਖਣ ਵਾਸਤੇ ਨਹੀਂ ਕਹਿੰਦੇ। ਜੋ ਸੱਚਾਈ ਹੈ ਕੇਵਲ ਉਹੀ ਗੱਲ ਕਹਿੰਦੇ, ਜੋ ਕਹਿੰਦੇ ਨੇ ਸਾਰੇ ਇੱਕ ਵਾਰੀ ਜਪੋ। ਇਤਰੇ ਭੈਣੇ ਵੇਸ ਕਰ ਤਾਂ ਵਸਿਆ ਦੀ ਕੰਧ। ਜਪੋ ਜਪੋ।
ਗੁਣ। ਆ ਪਹਿਲੇ ਦੋ ਗੁਣ ਕਿਵੇਂ ਫੁੱਟਦੇ ਨੇ? ਇਹ ਫਲ ਹੈ, ਇਹ ਫਲ ਹੈ ਨਿਮਰਤਾ ਤੇ ਸਹਾਰਨਾ। ਇਹਦਾ ਕੋਈ ਸਕੂਲ ਨਹੀਂ ਹੈ ਵੀ ਕਿ ਨਿਮਰਤਾ ਸਿਖਾਏਗਾ, ਚਲੋ ਜੀ ਹਾਈ ਸਕੂਲੇ ਪੈ ਜਾਓ ਉੱਥੇ ਨਿਮਰਤਾ। ਤੁਸੀਂ ਵੇਖੋ ਪੜ੍ਹਨ ਪੜ੍ਹਾਉਣ ਵਾਲੇ ਯੂਨੀਵਰਸਿਟੀ ਕਾਲਜ ਸਕੂਲ ਬੜੇ ਨੇ, ਪਰ ਕੋਈ ਸਕੂਲ ਤੁਸੀਂ ਵੇਖਿਆ ਵੀ ਇੱਥੇ ਨਿਮਰਤਾ ਸਿਖਾਈ ਜਾਂਦੀ, ਇੱਥੇ ਸਹਾਰਨਾ ਸਿਖਾਇਆ ਜਾਂਦਾ? ਨਹੀਂ, ਉਹ ਕੇਵਲ ਗੁਰੂ ਕਿਰਪਾ ਕਰਦੇ, ਕਿਉਂਕਿ ਇਹ ਸਿੱਖਣ ਵਾਲੀ ਗੱਲ ਨਹੀਂ ਹੈ, ਇਹ ਤੇ ਗੁਰੂ ਦੀ ਮਿਹਰ ਨਾਲ, ਗੁਰੂ ਦੀ ਰਹਿਮਤ ਨਾਲ ਜੁੜੀ ਹੋਈ ਗੱਲ ਹੈ। ਤੇ ਗੁਰੂ ਦੀ ਰਹਿਮਤ ਜਿਹੜਾ ਨਾਮ ਜਪਦਾ ਉਹਦੇ ਤੇ ਹੁੰਦੀ। ਤੀਜਾ ਗੁਣ ਜਿਹੜਾ ਨਾਮ ਜਪਣਾ, ਜੇਬਾ ਮਣੀਆਂ ਮਤ, ਜਿਹੜਾ ਸਿਮਰਨ ਕਰਦਾ, ਕਰਦਿਆਂ 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 ਫਿਰ ਆ ਦੋ ਫਲ ਉਹਦੀ ਝੋਲੀ 'ਚ ਪੈਂਦੇ ਨੇ। ਇੱਕ ਫਲ ਹੈ ਨਿਮਰਤਾ ਤੇ ਦੂਜੀ ਫਲ ਹੈ ਸਹਾਰਨ ਸ਼ਕਤੀ। ਇੱਕ ਹੋਰ ਸਹਾਰਨ ਦੀ ਗੱਲ ਦੱਸਦਿਆਂ, ਦਰਵੇਸ਼ ਫਕੀਰ, ਕਿਉਂਕਿ ਫਿਰ ਆਪਾਂ ਸਿਮਰਨ ਕਰਾਂਗੇ। ਫਕੀਰ ਕਿੰਨੀ ਵੱਡੀ ਗੱਲ ਸਹਾਰ ਲੈਂਦੇ। ਇੱਕ ਫਕੀਰ ਤੁਰਿਆ ਜਾ ਰਿਹਾ ਸੀ, ਜਰਾ ਸਮਝ ਲਓ, ਇੱਕ ਮਹਾਂਪੁਰਖ ਦੀ ਯਾਦ ਵਿੱਚ ਬੈਠੇ ਇੱਕ ਫਕੀਰ ਤੁਰਿਆ ਜਾ ਰਿਹਾ, ਗਲੀ ਵਿੱਚ ਤੁਰਿਆ ਜਾ ਰਿਹਾ ਤੇ ਇੱਕ ਬੀਬੀ ਨੇ ਘਰ ਦਾ ਕੂੜਾ ਆਪਣੇ ਚੁੱਲ੍ਹੇ ਦੀ ਸਵਾਹ ਕੱਢੀ ਤੇ ਇਕੱਠੀ ਕਰਕੇ ਪੌੜੀਆਂ ਚੜ੍ਹ ਕੇ ਛੱਤ ਤੋਂ ਗਲੀ 'ਚ ਸੁੱਟਣ ਲੱਗੀ। ਜਦੋਂ ਗਲੀ ਤੇ ਵਿੱਚ ਸੁੱਟੀ, ਉਹਨੇ ਥੱਲੇ ਵੇਖਿਆ ਨਹੀਂ ਤੇ ਉਹ ਫਕੀਰ ਦੇ ਸਿਰ ਤੇ ਪੈ ਗਈ। ਥੱਲੇ ਫਕੀਰ ਤੁਰਿਆ ਜਾ ਰਿਹਾ ਸੀ, ਉਹਦੇ ਸਿਰ ਤੇ ਪਈ ਸਾਹ। ਜਦੋਂ ਸਿਰ ਤੇ ਪਈ ਤੇ ਉਹਨੇ ਤਾਂ ਹੋ ਕੇ ਨਜ਼ਰ ਕਰਕੇ ਕਿਹਾ, ਬੀਬਾ ਤੇਰਾ ਧੰਨਵਾਦ ਹੈ, ਮੈਂ ਤੇ ਬੜਾ ਔਕਣ ਆ ਰਹਾ, ਮੇਰੇ ਸਿਰ ਤੇ ਬਲਦੇ ਅਗਿਆਰ ਪੈਣੇ ਚਾਹੀਦੇ ਸਨ, ਤੂੰ ਠੰਡੀ ਸਾਹ 'ਚ ਸਾਰ ਦਿੱਤਾ, ਤੇਰਾ ਧੰਨਵਾਦ। ਬੀਬੀ ਨੇ ਇਸ ਗੱਲ ਨੂੰ ਰੂਪ ਕੁਝ ਹੋਰ ਦੇ ਦਿੱਤਾ। ਆਪਣੇ ਪਤੀ ਨੂੰ ਕਹਿਣ ਲੱਗੀ, ਉਸ ਫਕੀਰ ਨੇ ਮੈਨੂੰ ਕੋਈ ਚੰਗੀ ਨਜ਼ਰ ਨਾਲ ਨਹੀਂ ਵੇਖਿਆ। ਉਹਦਾ ਘਰ ਵਾਲਾ ਗੁੱਸੇ 'ਚ ਆਇਆ, ਹੱਥ ਵਿੱਚ ਸੋਟਾ ਪਕੜਿਆ ਸੀ। ਫਕੀਰ ਥੋੜੀ ਦੂਰ ਤੇ ਤੁਰਿਆ ਜਾ ਰਿਹਾ ਸੀ, ਉਹਨੇ ਫਕੀਰ ਨੂੰ ਚੰਗੀ ਤਰ੍ਹਾਂ ਕੁੱਟ ਦਿੱਤਾ ਸੋਟਿਆਂ ਨੂੰ। ਉਹ ਕਹਿਣ ਲੱਗੀ, ਭਲੇ ਮਾਨਸਾ, ਅਸੀਂ ਤੇਰਾ ਕੁਝ ਗਵਾਇਆ ਨਹੀਂ, ਪਰ ਉਹਨੇ ਬਹੁਤ ਚੰਗੀ ਤਰ੍ਹਾਂ ਕੁੱਟ ਦਿੱਤਾ। ਫਕੀਰ ਨੇ ਕਿਹਾ, ਚੱਲ ਭਲਾ ਹੋਵੇ ਭਾਈ ਤੇਰਾ। ਫਕੀਰ ਅੱਗੇ ਨਿਕਲ ਗਿਆ, ਕੁੱਟ ਕੇ ਹੱਸਦਾ ਖੁਸ਼ ਹੋਇਆ, ਕਹਿੰਦਾ, ਦੇਖਿਆ? ਉਹਦੀ ਘਰਵਾਲੀ ਕਹਿੰਦੀ, ਫਕੀਰਾ ਦੇਖਿਆ ਮੇਰੇ ਮਾਲਕ ਦਾ ਰੋਪ, ਮੇਰੇ ਮਾਲਕ ਦਾ ਰੋਪ ਵੇਖਿਆ? ਤੇ ਵਾਪਸ ਆ ਰਿਹਾ ਸੀ, ਵਾਪਸ ਆ ਕੇ ਘਰ ਅੱਗੇ ਪੌੜੀਆਂ ਸਨ, ਜਦੋਂ ਚੜ ਕੇ ਤਾਂ ਜਾ ਲੱਗਾ, ਡਿੱਗਾ ਤੇ ਉਹਦਾ ਚੂਕਣਾ ਟੁੱਟ ਗਿਆ ਤੇ ਬੀਬੀ ਨੂੰ ਮਹਿਸੂਸ ਹੋਇਆ ਵੀ ਫਕੀਰ ਕਰਨੀ ਵਾਲਾ। ਬੜੀ ਦੌੜਦੀ ਜਲਦੀ ਨਾਲ ਆਈ, ਵੇ ਫਕੀਰਾ ਮਾਫ ਕਰੀ, ਸਾਡੇ ਤੋਂ ਗਲਤੀ ਹੋ ਗਈ, ਮੇਰੇ ਸਾਈਂ ਦਾ ਚੂਕਣਾ, ਮੇਰੇ ਸਾਈਂ ਦੀ ਲੱਤ ਟੁੱਟ ਗਈ, ਮਾਫ ਕਰੀ। ਤੇ ਫਕੀਰ ਨੇ ਪਤਾ ਕੀ ਕਿਹਾ ਉਹਦੇ ਬੋਲ ਨੂੰ, ਕਹਿਣ ਲੱਗਾ, ਬੀਬਾ तेरे मालिक को तेरी रियायत थी, मेरे मालिक को मेरी रियायत थी, तेरे मालिक को तेरी हमायत थी। तेरा मालिक आया वो डंडा पटा गया, फिर मेरे मालिक को भी ख्याल आ गया, मेरा मालिक आया वो लेखा चुका गया। कहने लगे दोवां दे मालिकां दा रौला है, तेनू इस मालिक दे बड़ा मान सी, पर मैनू ओहदे ते मान है, असीं भी किसे दे पुत्त हां, ਜਿਹਦੇ ਅਸੀਂ ਪੁੱਤਾਂ ਉਹਨੇ ਤੇ ਤੁਹਾਡੇ ਵਰਗੇ ਕਈ ਦੁਨੀਆ ਤੇ ਖੜਾਏ ਨੇ, ਕਈ ਵੇਲੇ ਉਹਨੇ ਧਰਤੀ ਥਾਪੀ ਤੇ ਉਹ ਥਾਪੀ ਹੈ, ਉਹਨਾਂ ਅੱਗੇ ਇਹ ਸਰੀਰ ਧਾਰੀ ਇੱਕ ਖਿਡੌਣੇ ਨੇ। ਗੱਲ ਸਮਝ ਆ ਗਈ। ਕਹਿਣ ਲੱਗੇ ਮੈਂ ਕੁਝ ਨਹੀਂ ਕੀਤਾ। ਫਕੀਰ ਸ਼ਰਾਬ ਨਹੀਂ ਕਹਿੰਦਾ ਮੈਂ ਕੁਝ ਨਹੀਂ ਕੀਤਾ, ਬਸ ਮੈਂ ਉਸ ਮਾਲਕ ਦੀ ਗੋਦ ਵਾਲਾ ਬਾਲ ਹਾਂ, ਮੇਰੇ ਨਾਲ ਪਿਆਰ ਬੜਾ ਕਰਦਾ ਹੈ। ਕਿਸੇ ਦੀ ਗੋਦ ਵਿੱਚ ਪਏ ਹੋਏ ਬੱਚੇ ਨੂੰ ਮਾਂ ਜਦੋਂ ਕੋਈ ਮਾਰੇ ਤੇ ਮਾਂ ਨੂੰ ਪੁੱਛੋ, ਤੇ ਕਹਿੰਦੇ ਜਦੋਂ ਸਾਨੂੰ ਕੋਈ ਇਸ ਤਰ੍ਹਾਂ ਕਰੇ ਤੇ ਸਾਡਾ ਮਾਲਕ ਵੀ ਕਹਿੰਦਾ ਹੁਣ ਤੈਨੂੰ ਵੀ ਦੱਸ ਦੇ
ਆਪ ਕੁਝ ਨਹੀਂ ਕਰਦਾ, ਪਰ ਉਹਦੇ ਨਾਲ ਜੁੜਿਆ ਪਰਮੇਸ਼ਵਰ ਉਹਦੇ ਨਾਲ। ਐਵੇਂ ਕਿਵੇਂ ਆ ਬਚਨ ਪੜ੍ਹਦੇ, ਭਗਤਾਂ ਦੀ ਸਦਾ ਤੂੰ ਰੱਖਦਾ, ਹਰ ਜੀਉ ਧੁਰ ਤੋਂ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ, ਹਰ ਜੀਉ ਹਰ ਨਾਖ ਮਾਰ ਬਚਾਇਆ। ਸੰਤ ਪ੍ਰਹਲਾਦ ਕੀ ਪੈਦ ਜਿਨ ਰਾਖੀ, ਕੋਈ ਉਹਦਾ ਜੁੜਿਆ ਹੋਵੇ ਫਿਰ ਉਹਨੂੰ ਆਪਣਾ ਜਾਣ ਕੇ ਪਾਲਦਾ ਹੈ। ਜਿਹੜੇ ਉਹਨਾਂ ਵਿੱਚ ਆਪ ਸਹਾਰਨ ਸ਼ਕਤੀ ਹੈ। ਸਾਧੂ ਸ਼ਰਾਪ ਨਹੀਂ ਦਿੰਦੇ, ਬਿਲਕੁਲ ਗੁਰਮਤਿ ਦਾ ਸਾਧੂ ਸ਼ਰਾਪ ਨਹੀਂ ਦਿੰਦਾ, ਪਰ ਜਦੋਂ ਜੇ ਕੋਈ ਬਹੁਤੀ ਗੱਲ ਕਰੇ ਤੇ ਭਾਈ ਜਿਹਦੇ ਨਾਲ ਉਹ ਜੁੜਿਆ, ਜੇ ਕੁਝ ਉਹ ਕਰਦਾ ਸਾਧੂ ਦਾ ਇਹਦੇ ਵਿੱਚ ਕੀ ਦੋਸ਼ ਹੈ? ਜੇ ਕੋਈ ਜਿਸ ਮਾਲਕ ਨਾਲ ਉਹ ਜੁੜਿਆ ਹੈ, ਜੇ ਉਹ ਮਾਲਕ ਕਿਸੇ ਦਾ ਡੈਲ ਘੁਮਾਦਾ ਹੈ, ਸਾਧੂ ਕੀ ਕਰੇ? ਕਿਉਂਕਿ ਉਹ ਵੀ ਤੇ ਪਿਆਰ ਕਰਦਾ। ਪਰ ਸਾਧੂ ਤੇ ਬੇਤਹਾ ਸਹਾਰਨ ਸ਼ਕਤੀ। ਬਾਬਾ ਫਰੀਦ ਕਹਿੰਦੇ ਨੇ, ਭੈਣ ਆ 3 ਗੁਣ ਆਪਣੇ ਜੀਵਨ ਵਿੱਚ ਅਪਣਾ ਲੈ, ਚੜ੍ਹਦੀ ਕਲਾ ਹੋ ਜਾਏਗੀ। ਤੀਜਾ ਗੁਣ, ਜੇ ਸਿਮਰਨ ਵਿੱਚ ਸਿਮਰਨ ਕਰ ਲਿਆ, ਆ ਪਹਿਲੇ ਗੁਣਾਂ ਦਾ ਫਲ ਤੇਰੀ ਝੋਲੀ 'ਚ ਪੈ ਜਾਗਾ। ਸਿਮਰਨ ਕਰਨ ਵਾਲੇ ਨਿਮਰਤਾ ਵਾਲੇ ਹੁੰਦੇ ਨੇ, ਸਿਮਰਨ ਕਰਨ ਵਾਲੇ ਸਹਾਰਨ ਵਾਲੇ ਹੁੰਦੇ ਨੇ, ਸਿਮਰਨ ਕਰਨ ਵਾਲੇ ਗੁਰੂ ਕੇ ਸਵਾਰਿਓ ਪਰਦੇ ਢੱਕ ਹੁੰਦੇ ਨੇ, ਸਿਮਰਨ ਕਰਨ ਵਾਲੇ ਕਿਸੇ ਨੂੰ ਭੰਡਣ ਵਾਲੇ ਨਹੀਂ ਹੁੰਦੇ, ਸਿਮਰਨ ਕਰਨ ਵਾਲੇ ਨਿੰਦਿਆ ਕਰਨ ਵਾਲੇ ਨਹੀਂ ਹੁੰਦੇ, ਸਿਮਰਨ ਕਰਨ ਵਾਲੇ ਰੱਬ ਦੀ ਉਸਤੀ ਦੇ ਵਿੱਚ ਜਿਉਂਦੇ। ਸਾਰੇ ਕਿਰਪਾ ਕਰੋ, ਜੁੜੋ ਸਿਮਰਨ ਨਾਲ। ਭਾਈ ਨੰਦ ਲਾਲ ਬੜਾ ਪਿਆਰਾ ਬਚਨ ਕਹਿੰਦੇ, ਈ ਉਮਰ ਗਿਰਾ ਮਇਆ ਗਨੀਮਤ ਆਖਰ ਸ਼ਮਰ, ਮਮ ਈ ਨਾ ਦੀ ਦੇਮ ਉਹ ਸੁਬਹ ਕੇ ਸ਼ਾਮ ਨਾ ਦਾਲ। ਕਹਿਣ ਲੱਗੇ ਆ ਜਿਹੜੀ ਉਮਰ ਹੈ ਨਾ, ਬੜੀ ਰੱਬ ਦੀ ਦਿਆਲਤਾ ਵਾਲੀ ਹੈ। ਰੱਬ ਨੇ ਸਿਮਰਨ ਕਰਨ ਲਈ ਦਿੱਤੀ ਹੈ। ਜਦੋਂ ਤੂੰ ਸਿਮਰਨ ਕਰੇ ਨਾ ਸਰੀਰ ਵਿੱਚ, ਰੱਬ ਕਹਿੰਦਾ ਸਵਾਦ ਆ ਗਿਆ, ਕਮਾਲ। ਅੱਜ ਇਸ ਨੇ ਇਸ ਸਰੀਰ ਦਾ ਮੁੱਲ ਪਾਇਆ। ਤੇ ਭਾਈ ਸਾਹਿਬ ਕਹਿੰਦੇ ਦੇਰ ਨਾ ਕਰੀ, ਕਹਿੰਦੇ ਮੈਂ ਉਹ ਸ਼ਾਮ ਕੋਈ ਨਹੀਂ, ਉਹ ਸੂਰਜ ਚੜਿਆ, ਉਹ ਪ੍ਰਭਾਤ ਹੀ ਉਹ ਜੀ ਕਦੀ ਨਹੀਂ ਵੇਖੀ ਜਿਹਦੀ ਕਦੀ ਸ਼ਾਮ ਨਾ ਹੋਈ ਹੋਵੇ। ਜਿਹੜੇ ਸਵੇਰੇ ਚੜ੍ਹਦੇ ਨੇ
ਸ਼ਾਮ ਨੂੰ ਡੁੱਬ ਜਾਂਦੇ ਨੇ, ਜਿਹੜੇ ਪੈਦਾ ਹੁੰਦੇ ਨੇ ਚਲੇ ਜਾਂਦੇ ਨੇ। ਤੈਨੂੰ ਵੀ ਰੱਬ ਨੇ ਇੱਕ ਮੌਕਾ ਦਿੱਤਾ ਹੀ, ਇਹਨੂੰ ਗਵਾ ਨਾ ਲੈ। ਸਾਰੇ ਕਿਰਪਾ ਕਰੋ। ਵਾਹਿਗੁਰੂ 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 ਇੱਕ ਫਕੀਰ ਬੈਠਾ ਹੈ, ਕਹਿੰਦੇ ਰੱਬਾ ਬੜੀ ਬੰਦਗੀ ਕਰਦਾ ਹੈ, ਬੜੇ ਪਿਆਰ ਵਿੱਚ ਨੇਤਰ ਸਜੇ ਸੇਜਲ ਰਹਿੰਦੇ ਨੇ, ਵਿਰਾਗ ਵਿੱਚ ਭਿੱਜਾ ਰਹਿੰਦਾ ਹੈ। ਤੇ ਕਦੀ ਕਦੀ ਦਾ ਵਿੱਚੋਂ ਕਹਿ ਦਿੰਦਾ ਹੈ, ਰੱਬਾ जरा देर नाल आई। वो किसी ने पूछा हो देर नाल आई कादे लई? कहन लगे मैनू डर है जे वो आ गया तो जी होने वाली आनंद बनया किधरे समाप्त नहीं हो जाएगा। ये ना कहता भी चल हुण ते मिल ही गए नाम जपण की की लोड़, सब कुछ समाप्त ना। फकीर कहन लगे नहीं इस तरह नहीं। फिर अगली गल प्यार विच कहंदे, रब्बा चल आवी
ਜਲਦੀ ਆਵੀਂ ਪਰ ਮੈਨੂੰ ਇਹ ਐਦ ਦੇ ਕੇ ਜ਼ਰੂਰ ਆਈ। ਮੈਨੂੰ ਇਹ ਭਰੋਸਾ ਦੇ ਕੇ ਆਵੀਂ ਕਿ ਆਉਣ ਤੋਂ ਬਾਅਦ ਵੀ ਤੂੰ ਆਪਣੀ ਯਾਦ ਵਿੱਚ ਹਮੇਸ਼ਾ ਇਸੇ ਤਰ੍ਹਾਂ ਤੇਰੇ ਸਿਮਰਨ ਵਿੱਚ ਮੇਰਾ ਅੰਦਰਲਾ ਜੁੜਿਆ ਰਹੇਗਾ। ਮੈਂ ਤੇਰੇ ਵਿੱਚ ਇੱਕ ਨਾ ਕਿਤੇ ਹੋਵਾਂ ਪਰ ਫਿਰ ਵੀ ਮੈਂ ਤੈਨੂੰ ਕਿਧਰੇ ਸਾਹਮਣੇ ਬਾ ਕੇ ਤੇਰੀ ਯਾਦ ਵਿੱਚ ਜੁੜਿਆ ਰਹਾ। ਇਹਦੇ ਵਰਗਾ ਆਨੰਦ ਕੋਈ ਨਹੀਂ। ਸਿਮਰਨ ਵਿੱਚ ਏਡਾ ਬਲ ਮੈਂ ਸਮਝਦਾ, ਜੇ ਕਿਧਰੇ ਸਿੱਖ ਹੋ ਕੇ ਜੇ ਉਹ ਸਿਮਰਨ ਨਹੀਂ ਕਰਦਾ ਤੇ ਕਿਧਰੇ ਨਾ ਕਿਧਰੇ ਉਹਨੂੰ ਫਿਰ ਵਿਚਾਰ ਕਰਨੀ ਚਾਹੀਦੀ ਵੀ ਨਹੀਂ, ਮੈਂ ਆਪਣੇ ਗੁਰੂ ਦੇ ਇਹ ਗੱਲ ਤਾਂ ਮੈਨੂੰ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਸਾਰੇ ਜੁੜੇ। ਸੱਜਣ ਮੇਰੇ ਰੰਗ ਲੈ, ਸੱਜਣ ਮੇਰੇ ਰੰਗ ਲੈ, ਜਾਏ ਸੁਤੇ ਜਾਏ ਸੁਤੇ
ਮਹਾਂਪੁਰਸ਼ਾਂ ਦੇ ਪਿਆਰ ਵਿੱਚ ਜਿੱਥੋਂ ਦੇ ਰੰਗ ਮਾਣਿਆ ਹੁੰਦਾ ਹੈ, ਸੰਗਤ ਮਾਣੀ ਹੁੰਦੀ ਹੈ, ਜਦੋਂ ਉਹ ਸਰੀਰ ਵੀ ਛੱਡਦੇ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਦੀ ਜ਼ਿੰਦਗੀ ਦੀ ਤਰਜਮਾਨੀ ਹਜ਼ੂਰ ਇਹਨਾਂ ਬਚਨਾਂ ਵਿੱਚ ਕਰਦੇ ਨੇ। ਉਹ ਫਿਰ ਕੀ ਕਹਿੰਦੇ? ਮੇਰਾ ਰੰਗਲਾ ਸੱਜਣ ਜੀਰਾਨ ਵਿੱਚ ਜਾ ਸੁੱਤਾ ਹੈ, ਹੁਣ ਮੇਰਾ ਜੀ ਕੀ ਕਰਦਾ ਹੈ? ਹਜ਼ੂਰ ਅੱਗੇ ਕੀ ਕਹਿੰਦੇ? ਹਮ ਪੀ ਵੰਜਾ ਰੋਵਾ ਰੋਵਾ ਚੀਨੀ ਬਾ। ਕਹਿਣ ਲੱਗੇ ਹੁਣ ਮੈਂ ਵੀ ਬੰਝਾ ਜਾਵਾਂ, ਜੇ ਮੈਨੂੰ ਉਹ ਸੰਗਤ ਨਹੀਂ ਮਿਲਣੀ, ਮੈਨੂੰ ਉਹ ਰੰਗਲਾ ਜਿਹੜੀ ਸ਼ਾਮ ਆਣੀ ਹੈ, ਉਹ ਸ਼ਾਮ ਨਾਮ ਵਾਲੀ ਨਹੀਂ ਮਿਲਣੀ, ਫਿਰ ਮੈਂ ਵੀ ਜਾਵਾਂ। ਚੀਣੀ ਬਾਣ ਰੋਂਦੀਆਂ, ਕਿਉਂਕਿ ਉਸ ਰੰਗਲੇ ਸੱਜਣ ਦਾ ਦੀ ਸੰਗਤ ਵਿੱਚ ਜਿਹੜਾ ਰੰਗ ਮਾਣਿਆ ਹੈ, ਉਸ ਰੰਗ ਦਾ ਆਨੰਦ ਹੀ ਕੁਝ ਹੋਰ। ਸਾਧੂ ਨਾਮ ਜਪਾਉਂਦੇ ਨੇ, ਨਾਮ ਨਾਲ ਜੋੜਦੇ ਨੇ, ਸਿਮਰਨ ਨਾਲ ਜੋੜਦੇ ਨੇ, ਗੁਰੂ ਨੇ ਜੋ ਉਪਦੇਸ਼ ਦਿੱਤਾ ਸਿਮਰਨ ਕਰਨਾ, ਉਹਦੇ ਨਾਲ ਜੋੜਦੇ ਨੇ। ਸਾਰੇ ਜੁੜੋ, ਕਰੋ ਕਰੋ। ਪਾਪਾ ਬਾਬਾ ਫਰੀਦ ਬੜਾ ਪਿਆਰਾ ਬਚਨ ਕਹਿੰਦੇ, ਕਾਲੀ ਬੋਲੀ ਰਾਤ ਰੱਬ ਨੇ ਨਾਮ ਜਪਣ ਲਈ ਬਣਾਈ। ਪਰ ਕਹਿੰਦੇ ਕੀ ਆਖਾਂ ਉਹਨਾਂ ਨੂੰ ਜਿਹੜੇ ਇਸ ਕਾਲੀ ਬੋਲੀ ਰਾਤ ਵਿੱਚ, ਇਸ ਨਾਮ ਜਪਣ ਵਾਲੀ ਰਾਤ ਵਿੱਚ
ਆਪਣੇ ਹੱਥ ਵਿੱਚ ਫਾਹੇ ਲੈ ਕੇ ਤੇ ਲੋਕਾਂ ਨੂੰ ਮਾਰਨ ਤੇ ਲੁੱਟਣ ਲਈ ਤੁਰ ਪਏ। ਮੈਨੂੰ ਇਉਂ ਪ੍ਰਤੀਤ ਹੋਇਆ ਇਹਨਾਂ ਨੂੰ ਤੇ ਰੱਬ ਨੇ ਜਿਉਂਦਿਆਂ ਮਾਰਿਆ। ਇਹਨਾਂ ਤੇ ਕਾਲੀ ਬੜੀ ਰਾਤ ਵਿੱਚ ਜੀਵਨ ਮਿਲਣਾ ਸੀ ਸਿਮਰਨ ਕਰਕੇ। ਉਹ ਕਹਿੰਦੇ ਨੇ ਫਰੀਦਾ ਰਾਤੀ ਹੋਵੇਂ ਕਾਰੀਆਂ ਕਾਰੇ ਉਬੇ ਜੰਤ, ਕਾਲੇ ਮਣਾ ਵਾਲੇ ਜੰਤੂ ਉੱਠ ਪਏ। ਉਹ ਕਮਲਿਓ ਜੇ ਉੱਠੇ ਹੀ ਹੋ ਕਾਲੀ ਬੋੜੀ ਰਾਤ ਵਿੱਚ ਤੇ ਸਿਮਰਨ ਵਿੱਚ ਜੁੜੋ। ਨੀਂਦ ਵੀ ਖਰਾਬ ਕੀਤੀ ਤੇ ਪਾਪ ਕਰਨ ਵਾਸਤੇ। ਫਰੀਦਾ ਰਾਤੀ ਹੋਵੇ ਕਾਰੀਆਂ ਕਾਰੇ ਉਬੇ ਜੰਤ, ਕਹਿੰਦੇ ਲੈ ਫਾਹੇ ਉੱਠ ਧਾਵਤੇ ਸੇ ਜਾਨ ਮਾਰੇ ਭਗਵੰਤ। ਜਾਨ ਉਹਨਾਂ ਨੂੰ ਭਗਵੰਤ ਨੇ ਮਾਰਿਆ। ਕਿੰਨੇ ਚੰਗੇ ਹੁੰਦੇ ਜੇ ਰਾਤ ਉੱਠੇ ਸਨ ਤੇ ਸਾਈਂ ਦੀ ਯਾਦ ਵਿੱਚ ਜੁੜ ਜਾਂਦੇ। ਕਹਿੰਦੇ ਸਾਈਆਂ ਅਸੀਂ ਕਿਸੇ ਦਾ ਲੁੱਟ ਮਾਰ ਕੇ ਨਹੀਂ ਉਹ ਖਾਣਾ, ਤੇਰੇ ਦਰ ਤੇ ਜੋਦਰੀ ਕਰਕੇ ਲੈਣਾ। ਤੂੰ ਤਰੁੱਠ ਤੇ ਸਾਡੀ ਜਿਹੜੀ ਮੰਗੇ ਉਹ ਪੂਰੀ ਕਰ। ਕਹਿੰਦੇ ਇਹ ਰਾਤਾਂ ਤੇ ਦਿਨ ਉਹਦੀ ਯਾਦ ਵਿੱਚ ਜੁੜਨ ਲਈ ਮਿਲੇ। ਸਾਰੇ ਕਰੋ ਬਖਸ਼ਿਸ਼। ਇੱਕ ਹੋਰ ਬਚਨ ਰਾਤ ਬਾਰੇ ਕਿਹਾ। ਕਹਿੰਦੇ ਫਰੀਦਾ ਰਾਤੀ ਵੱਡੀਆਂ ਜਿਹੜੇ ਉੱਠਣ ਲਈ ਤਿਆਰ ਨਹੀਂ, ਜਿਹੜੇ ਸਿਮਰਨ ਵਿੱਚ ਜੁੜਨ ਲਈ ਤਿਆਰ ਨਹੀਂ। ਕਹਿੰਦੇ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ, ਸੌ ਸੌ ਕੇ ਪਾਸੇ ਤੁਖਦੇ ਨੇ। ਕਹਿੰਦੇ ਤ੍ਰਿਕ ਦਿਨਾਂ ਦਾ ਜੀਵਿਆ ਜਿਨ੍ਹਾਂ ਵਿੜਾਣੀ ਆਸ। ਉਹਨਾਂ ਦੇ ਜੀਵਨ ਨੂੰ ਤ੍ਰਿਗ ਹੈ ਜਿਹੜੇ ਰੱਬ ਤੋਂ ਬਿਨਾਂ ਕਿਸੇ ਹੋਰ ਦਾ ਸਹਾਰਾ ਲੈ ਕੇ ਜਿਉਂਦੇ, ਜਿਹੜੇ ਸਿਮਰਨ ਤੋਂ ਬਿਨਾਂ ਕਿਸੇ ਹੋਰ ਦੇ ਸਹਾਰੇ ਤੇ ਜਿਉਂਦੇ। ਨਹੀਂ, ਸਿੱਖ ਨੂੰ ਗੁਰੂ ਨੇ ਇਹ ਗੱਲ ਸਮਝਾ ਦਿੱਤੀ। ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਏ। ਸਾਰੇ ਮੇਰ ਕਰੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਾਧੂ ਦੱਸਦੇ ਕਈ ਚੀਜ਼ਾਂ ਬੰਦਾ ਐਵੇਂ ਪਾਲ ਲੈਂਦਾ। ਗੁਰੂ ਸਾਹਿਬ ਵੀ ਬਚਨ ਕਰਦੇ ਹੁਣ ਉਸ ਇਨਸਾਨ ਨੂੰ ਕਿਵੇਂ ਸਿਆਣਾ ਕਿਹਾ ਜਾਏ? ਜਿਹੜੀ ਚੀਜ਼ ਕਿਸੇ ਕੰਮ ਦੀ ਨਹੀਂ ਉਹਨੂੰ ਪਾਲੀ ਜਾਵੇ। ਸਤਿਗੁਰੂ ਕਹਿੰਦੇ ਬੰਦਾ ਪਾਲਦਾ ਕੀ ਹੈ? ਗੁੱਸਾ ਪਾਲਦਾ, ਭਲਾ ਇਹ ਕੋਈ ਚੰਗੀ ਚੀਜ਼ ਹੈ? ਕ੍ਰੋਧ ਪਾਲਦਾ, ਈਰਖਾ ਪਾਲਦਾ, ਹਉਮੈ ਪਾਲਦਾ, ਤੇ ਸਾਰਾ ਦਰਮਦਾਰ ਇਹਦੇ ਤੇ ਹੈ। ਇੱਕ ਕਹਿੰਦਾ ਫਲਾਣਾ ਬੜੇ ਕਮਾਲ ਦਾ, ਉਹਦੇ ਮੂੰਹ ਤੇ ਕਹਿੰਦਾ ਇਹਦੇ ਵਰਗਾ ਕੋਈ ਨਹੀਂ। ਉਹ ਸੁਣ ਸੁਣ ਕੇ ਨਿੱਕਾ ਨਿੱਕਾ ਸਿਰ ਹਿਲਾਈ ਆਉਂਦਾ, ਰਸ ਆਉਂਦਾ ਨਾ ਬਾਕੀ। ਫਿਰ ਉਹ ਉੱਠਦਾ ਕਹਿੰਦਾ ਜੀ ਇਹਨਾਂ ਵਰਗਾ ਕੋਈ ਨਹੀਂ। ਬਾਬਾ ਜੀ ਨੇ ਹਮੇਸ਼ਾ ਬਚਨ ਕਹਿੰਦੇ। ਇੱਕ ਵਾਰੀ ਦਾ ਆਪ ਜੀ ਨੂੰ ਬੇਨਤੀ ਕਰਾਂ, ਇੱਕ ਬੁਲਾਰਾ ਸਟੇਜ ਤੇ ਬੋਲਦਾ ਹੈ ਤੇ ਕੁਦਰਤੀ 10ਵੀਂ ਦਾ ਦੀਵਾਨ ਸੀ। ਦੀਵਾਨ ਦੇ ਵਿੱਚ ਸਜੇ ਸਨ ਬਾਬਾ ਜੀ। ਉਸ ਬੁਲਾਰੇ ਨੇ ਸੋਚਿਆ ਵੀ ਚਲੋ ਮਹਾਂਪੁਰਖ ਸਾਹਮਣੇ ਨੇ, ਉਹਨੇ ਤਾਰੀਫ ਇਹੋ ਜੀ ਕਰਦੀ। ਕਹਿਣ ਲੱਗਾ ਸ਼ਬਦ ਉਹਨੇ ਵਰਤ ਦਿੱਤਾ ਬ੍ਰਹਮ ਗਿਆਨੀ। ਬਾਬਾ ਜੀ ਕਹਿੰਦੇ ਇਹਨੂੰ ਕਹਿਣਾ ਮੈਨੂੰ ਮਿਲ ਕੇ ਜਾਏ। ਉਹ ਕੁਦਰਤੀ ਸੁਭਾਵਿਕ ਹੀ ਸਟੇਜ ਤੋਂ ਉਤਰਿਆ ਤੇ ਜਾਣ ਲੱਗਾ, ਵਧਾਈਗੀ ਲੈਣ ਲੱਗਾ ਬਾਬਾ ਜੀ ਦੇ ਨੇੜੇ ਹੋ ਕੇ। ਬਾਬਾ ਜੀ ਕਹਿਣ ਲੱਗੇ ਤੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮੇਰੇ ਵਾਸਤੇ ਐਡਾ ਵੱਡਾ ਸ਼ਬਦ ਵਰਤੇ, ਤੂੰ ਮੇਰਾ ਕੀ ਗਿਆਨ ਵੇਖ ਲਿਆ? ਤੂੰ ਮੈਨੂੰ ਕਿਵੇਂ ਵੇਖ ਸਕਦਾ? ਤੈਨੂੰ ਗੁਰੂ ਸਾਹਿਬ ਦਾ ਆਦਰ ਸਤਿਕਾਰ ਦਾ ਕੋਈ ਖਿਆਲ ਨਹੀਂ ਰਿਹਾ। ਬਾਬਾ ਜੀ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਣੇ ਦੀ ਹਜ਼ੂਰੀ ਵਿੱਚ ਐਡੇ ਵੱਡੇ ਸ਼ਬਦ ਨਹੀਂ ਵਰਤੇ। ਕਿਉਂ? ਹਾਲਾਂਕਿ ਉਹ ਤੇ ਕੋਈ ਸ਼ੱਕ ਹੀ ਨਹੀਂ, ਬੜੀਆਂ ਰਹਿਮਤਾਂ ਨੂੰ ਉਹਨਾਂ ਤੇ, ਪਰ ਸਿਖਾਣਾ ਸਾਨੂੰ ਹੈ। ਉਹ ਤੂੰ ਇੱਥੇ ਹਉਮੈ ਨਾ ਪਾਲੀ, ਇਹ ਦਰ ਹਉਮੈ ਤੋੜਨ ਵਾਲਾ ਹੀ, ਇੱਥੇ ਹਉਮੈ ਨਾ ਬਣਾਈ। ਹਉਮੈ ਵਾਲੇ ਬੜੇ ਖਾਲੀ ਚਲੇ ਗਏ। ਇੱਥੇ ਤੇ ਜਿਹੜੇ ਝੋਲੀ ਲੈ ਕੇ ਆਏ ਨੇ ਉਹਨਾਂ ਦੀਆਂ ਝੋਲੀਆਂ ਭਰੀਆਂ। ਜਿਹੜੇ ਝੋਲੀ ਲੈ ਕੇ ਆਏ, ਜਿਨ੍ਹਾਂ ਨੇ ਕਹਿ ਦਿੱਤਾ, ਵੇਖੋ ਗੁਰੂ ਸਾਹਿਬ ਦਾ ਵਚਨ ਤੁਸੀਂ ਪੜੋ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਵੱਡਾ ਕੋਈ ਜਤੀ ਹੋ ਸਕਦਾ? ਜਵਾਬ ਹੋਏਗਾ ਨਹੀਂ। ਉਹਨਾਂ ਵਰਗਾ ਕੋਈ ਸਚਿਆਰ ਹੋ ਸਕਦਾ? ਜਵਾਬ ਮਿਲੇਗਾ ਨਹੀਂ। ਉਹਨਾਂ ਵਰਗਾ ਕੋਈ ਵਿਦਵਾਨ ਜਿਹੜੇ ਦੁਨੀਆ ਨੂੰ ਪੜ੍ਹਾਈ ਲਿਖਾਈ ਦੀ ਬਖਸ਼ਾ ਕਰਦੇ ਨੇ, ਕੋਈ ਹੋ ਸਕਦਾ? ਜਵਾਬ ਮਿਲੇਗਾ ਨਹੀਂ। ਪਰ ਜਦੋਂ ਆਪ ਕਹਿੰਦੇ ਨੇ ਏਡੀ ਨਿਮਰਤਾ, ਕਹਿੰਦੇ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ। ਏਡੀ ਵੱਡੀ ਨਿਮਰਤਾ। ਮਾਲਕਾ ਮੈਂ ਪੜਿਆ ਨਹੀਂ, ਮੈਂ ਕੋਈ ਜਤੀ ਨਹੀਂ, ਮੈਂ ਕੋਈ ਸਤੀ ਨਹੀਂ, ਪਰ ਇਹਨਾਂ ਕੋ ਮਾਣ ਹੈ ਪਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ। ਮੈਂ ਉਹਨਾਂ ਦੀ ਸ਼ਰਨ ਚ ਜਿਹਨੂੰ ਤੂੰ ਕਦੀ ਭੁੱਲਦਾ ਨਹੀਂ। ਐਡੀ ਨਿਮਰਤਾ। ਇੱਕ ਵਚਨ ਵਿੱਚ ਦੋ ਗੱਲਾਂ ਕਹਿ ਦਿੱਤੀਆਂ। ਉਹਨਾਂ ਦੀ ਸ਼ਰਨ ਵਿੱਚ ਆ ਜਿਹੜੇ ਤੈਨੂੰ ਜਪਦੇ ਨੇ, ਪਰ ਮੈਂ ਆਪ ਕੁਛ ਨਹੀਂ। ਕਮਾਲ ਇਹ ਨਿਮਰਤਾ ਉਹਨਾਂ ਨੇ ਸਾਨੂੰ ਕਿਰਪਾ ਕਰਕੇ ਸਿਖਾਈ। ਸਾਰੇ ਕਿਰਪਾ
ਸਤਨਾਮ 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 ਜੀ ਵਾਹਿਗੁਰੂ 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 ਜੀ 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 ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਜਾ ਬੋਲੋ ਭਾਈ ਵਾਹਿਗੁਰੂ ਜੀ ਵਾਹਿਗੁਰੂ ਜੀ ਉਂਝਾ ਪਾਉ ਕਰ ਬਾਬਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਉੱਚੀ ਆਵਾਜ਼ ਨਾਲ ਬੀਬੀ ਉੱਚੀ ਆਵਾਜ਼ ਨਾਲ ਭਾਈ ਉੱਚੀ ਆਵਾਜ਼ ਨਾਲ ਏਤ੍ਰ ਪੈਣੇ ਵੇਸ ਕਰ ਤਾਵਸ ਆਵੀ ਕੰਤ ਏਤ੍ਰ ਪੈਣੇ ਵੇਸ ਤਾਵਸ ਆਵੀ ਤਾਵਸ ਆਵੀ ਕੰਤ ਤਾਵਸ ਆਵੀ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ ਧਨ ਹੈ ਧਨ ਹੈ ਧਨ ਹੈ ਨਾਨਕ ਸਾਹਿਬ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਜੀ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਰਾਮਦਾਸ ਜੀ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਜੀ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਧਨ ਹੈ ਧਨ ਹੈ ਗੁਰੂ ਹਰਿ ਰਾਏ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਿ ਰਾਏ ਸਾਹਿਬ ਜੀ ਧਨ ਹੈ ਧਨ ਹੈ